ਸਤਿ ਸ੍ਰੀ ਅਕਾਲ ਗੁਰ ਪਿਆਰੀ ਸਾਧ ਸੰਗਤ ਜੀ। ਸਾਧ ਸੰਗਤ ਜੀ, ਅੱਜ ਅਸੀਂ ਤੁਹਾਨੂੰ ਜਿਸ ਇਤਿਹਾਸਿਕ ਜਗ੍ਹਾ ਤੇ ਮੰਦਿਰ ਦੇ ਬਾਰੇ ਦੱਸਣ ਵਾਲੇ ਹਾਂ, ਇਸ ਮੰਦਿਰ ਦਾ ਨਾਮ ਅਚਲੇਸ਼ਵਰ ਮੰਦਿਰ ਹੈ। ਤੇ ਸੰਗਤ ਜੀ, ਇਸ ਅਚਲੇਸ਼ਵਰ ਮੰਦਿਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਸੰਗਤ ਜੀ, ਇਹ ਮੰਦਿਰ ਬਟਾਲੇ ਸ਼ਹਿਰ ਦੇ ਨਜ਼ਦੀਕ ਸਥਿਤ ਹੈ ਤੇ ਅਚਲੇਸ਼ਵਰ ਮੰਦਿਰ ਭਗਵਾਨ ਸ਼ੰਕਰ ਜੀ ਦੇ ਜੀਵਨ ਦੇ ਸਮੇਂ ਜਦੋਂ ਉਹ ਕਿਸੇ ਕਾਰਜ ਦੇ ਲਈ ਇੱਥੇ ਆਏ ਸੀ ਤਾਂ ਉਸ ਦੀ ਯਾਦ ਵਿੱਚ ਬਣਾਇਆ ਗਿਆ ਹੈ। ਤੇ ਸੰਗਤ ਜੀ, ਅਚਲੇਸ਼ਵਰ ਮੰਦਿਰ ਦਾ ਇਤਿਹਾਸ ਬਹੁਤ ਹੀ ਜ਼ਿਆਦਾ ਰੌਚਕ ਹੈ ਤੇ ਸੰਗਤ ਜੀ, ਇੱਥੋਂ ਦੇ ਕਰੀਬੀ ਲੋਕਾਂ ਦਾ ਦੱਸਣਾ ਹੈ ਕਿ ਇਸ ਜਗ੍ਹਾ ਤੇ ਭਗਵਾਨ ਸ਼ੰਕਰ ਜੀ ਦੀ ਇੰਨੀ ਜ਼ਿਆਦਾ ਕਿਰਪਾ ਹੈ ਕਿ ਜੋ ਵੀ ਕੋਈ ਇਸ ਅਚਲੇਸ਼ਵਰ ਮੰਦਿਰ ਤੋਂ ਸੱਚੇ ਦਿਲੋਂ ਕੋਈ ਵੀ ਮੁਰਾਦ ਮੰਗਦਾ ਹੈ ਤਾਂ ਭਗਵਾਨ ਸ਼ੰਕਰ ਜੀ ਉਸ ਦੀਆਂ ਝੋਲੀਆਂ ਨੂੰ ਖੁਸ਼ੀਆਂ ਦੇ ਨਾਲ ਜ਼ਰੂਰ ਭਰਦੇ ਹਨ। ਇਸ ਲਈ ਸਾਧ ਸੰਗਤ ਜੀ, ਅਸੀਂ ਵੀ ਆਪ ਜੀ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਜੇਕਰ ਆਪ ਵੀ ਆਪਣੀ ਕਿਸੇ ਮਨੋਕਾਮਨਾ ਨੂੰ ਪੂਰੀ ਕਰਨਾ ਚਾਹੁੰਦੇ ਹੋ ਜਾਂ ਫਿਰ ਕਿਸੇ ਸਰੀਰਕ ਰੋਗ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਆਪ ਜੀ ਇੱਕ ਵਾਰ ਅਚਲੇਸ਼ਵਰ ਮੰਦਿਰ ਵਿਖੇ ਜਾ ਕੇ ਮੱਥਾ ਜ਼ਰੂਰ ਟੇਕੋ ਜੀ ਤੇ ਭਗਵਾਨ ਸ਼ੰਕਰ ਜੀ ਅੱਗੇ ਅਰਦਾਸ ਬੇਨਤੀ ਕਰੋ ਜੀ ਤੇ ਭਗਵਾਨ ਸ਼ੰਕਰ ਜੀ ਆਪ ਜੀ ਦੀਆਂ ਝੋਲੀਆਂ ਨੂੰ ਖੁਸ਼ੀਆਂ ਦੇ ਨਾਲ ਜ਼ਰੂਰ ਭਰਨਗੇ। ਤੇ ਚਲੋ ਸਾਧ ਸੰਗਤ ਜੀ, ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਅਚਲੇਸ਼ਵਰ ਮੰਦਿਰ ਦੇ ਇਤਿਹਾਸ ਬਾਰੇ। ਸੰਗਤ ਜੀ, ਸਤਯੁਗ ਦੇ ਸਮੇਂ ਇੱਕ ਤਾਰਕਾਸੁਰ ਰਾਕਸ਼ ਹੋਇਆ ਸੀ। ਉਸ ਰਾਕਸ਼ ਨੇ ਭਗਵਾਨ ਸ਼ੰਕਰ ਦੀ ਘੋਰ ਤਪੱਸਿਆ ਕੀਤੀ ਸੀ ਤੇ ਫਿਰ ਭਗਵਾਨ ਸ਼ੰਕਰ ਜੀ ਤਾਰਕਾਸੁਰ ਦੀ ਤਪੱਸਿਆ ਤੋਂ ਖੁਸ਼ ਹੋ ਕੇ ਕਹਿਣ ਲੱਗੇ ਕਿ ਹੇ ਤਾਰਕਾਸੁਰ, ਮੈਂ ਤੇਰੀ ਤਪੱਸਿਆ ਤੋਂ ਬਹੁਤ ਖੁਸ਼ ਹਾਂ। ਹੁਣ ਤੈਨੂੰ ਜੋ ਵੀ ਵਰਦਾਨ ਚਾਹੀਦਾ ਹੈ ਉਹ ਤੂੰ ਮੇਰੇ ਕੋਲੋਂ ਮੰਗ ਸਕਦਾ ਹੈ। ਤਾਂ ਫਿਰ ਤਾਰਕਾਸੁਰ ਨੇ ਭਗਵਾਨ ਸ਼ੰਕਰ ਜੀ ਨੂੰ ਕਿਹਾ ਕਿ ਹੇ ਪ੍ਰਭੂ, ਮੈਨੂੰ ਹਮੇਸ਼ਾ ਦੇ ਲਈ ਅਮਰ ਹੋਣ ਦਾ ਵਰਦਾਨ ਦੇ ਦਿਓ। ਤੇ ਫਿਰ ਭਗਵਾਨ ਸ਼ੰਕਰ ਜੀ ਨੇ ਕਿਹਾ ਕਿ ਹੇ ਤਾਰਕਾਸੁਰ, ਜੋ ਕੋਈ ਵੀ ਇਸ ਮਾਤਰ ਲੋਕ ਤੇ ਆਇਆ ਹੈ ਉਸਨੇ ਮਰਨਾ ਤਾਂ ਜ਼ਰੂਰ ਹੈ, ਇਸ ਲਈ ਤਾਰਕਾਸੁਰ ਤੂੰ ਕੋਈ ਹੋਰ ਵਰ ਮੰਗ ਲੈ। ਫਿਰ ਤਾਰਕਾਸੁਰ ਨੇ ਬਹੁਤ ਜ਼ਿਆਦਾ ਸੋਚ ਵਿਚਾਰ ਕੇ ਕਿਹਾ ਕਿ ਪ੍ਰਭੂ, ਮੈਨੂੰ ਅਜਿਹਾ ਵਰ ਦਿਓ ਕਿ 5 ਮੁੱਖ ਵਾਲਾ ਕੋਈ ਵੀ ਦੇਵੀ ਦੇਵਤਾ ਜਾਂ ਰਾਕਸ਼ ਮੈਨੂੰ ਨਾ ਮਾਰ ਸਕੇ ਤੇ ਜੇਕਰ ਕੋਈ ਮੈਨੂੰ ਮਾਰੇ ਤਾਂ ਉਹ 6 ਮੁੱਖ ਦਿਖਾ ਕੇ ਹੀ ਮੈਨੂੰ ਮਾਰ ਸਕੇ। ਫਿਰ ਭਗਵਾਨ ਸ਼ੰਕਰ ਜੀ ਨੇ ਕਿਹਾ ਕਿ ਤਾਰਕਾਸੁਰ, ਜਿਵੇਂ ਤੂੰ ਕਿਹਾ ਹੈ ਇਸੇ ਤਰ੍ਹਾਂ ਹੀ ਹੋਵੇਗਾ ਤੇ ਮੈਂ ਤੈਨੂੰ ਇਹ ਵਰਦਾਨ ਦਿੰਦਾ ਹਾਂ, ਤੈਨੂੰ 5 ਮੁੱਖਾਂ ਵਾਲਾ ਕੋਈ ਵੀ ਨਹੀਂ ਮਾਰ ਸਕੇਗਾ ਤੇ ਜੋ ਕੋਈ ਵੀ ਤੈਨੂੰ ਮਾਰੇਗਾ ਉਹ 6 ਮੁੱਖ ਦਿਖਾ ਕੇ ਹੀ ਮਾਰੇਗਾ। ਫਿਰ ਭਗਵਾਨ ਸ਼ੰਕਰ ਜੀ ਤੋਂ ਇਹ ਵਰਦਾਨ ਲੈ ਕੇ ਤਾਰਕਾਸੁਰ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਉਸਨੇ ਸੋਚਿਆ ਕਿ ਹੁਣ ਉਸਨੂੰ ਇਸ ਸੰਸਾਰ ਦੇ ਵਿੱਚ ਕੋਈ ਵੀ ਨਹੀਂ ਮਾਰ ਸਕਦਾ, ਕਿਉਂਕਿ 6 ਮੁੱਖਾਂ ਵਾਲਾ ਇਸ ਮਾਤਰ ਲੋਕ ਵਿੱਚ ਕੋਈ ਪੈਦਾ ਹੀ ਨਹੀਂ ਹੋਇਆ ਹੈ। ਫਿਰ ਤਾਰਕਾਸੁਰ ਨੇ ਦੇਵੀ ਦੇਵਤਿਆਂ ਨੂੰ ਤੰਗ ਕਰਨਾ ਤੇ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਦੇਵੀ ਦੇਵਤੇ ਤਾਰਕਾਸੁਰ ਤੋਂ ਦੁਖੀ ਹੋ ਕੇ ਨਾਰਾਇਣ ਜੀ ਦੇ ਕੋਲ ਗਏ ਤੇ ਕਹਿਣ ਲੱਗੇ ਕਿ ਹੇ ਪ੍ਰਭੂ, ਸਾਨੂੰ ਇਸ ਤਾਰਕਾਸੁਰ ਦੀ ਕਰੋਪੀ ਤੋਂ ਬਚਾਓ, ਨਹੀਂ ਤਾਂ ਤਾਰਕਾਸੁਰ ਸਾਨੂੰ ਮਾਰ ਦੇਵੇਗਾ। ਫਿਰ ਨਾਰਾਇਣ ਜੀ ਦੇਵਤਿਆਂ ਦੀ ਮਦਦ ਦੇ ਲਈ ਤਾਰਕਾਸੁਰ ਦੇ ਨਾਲ ਯੁੱਧ ਕਰਨ ਗਏ। ਫਿਰ ਨਾਰਾਇਣ ਜੀ ਤਾਰਕਾਸੁਰ ਦੇ ਨਾਲ ਕਈ 100 ਸਾਲਾਂ ਤੱਕ ਯੁੱਧ ਕਰਦੇ ਰਹੇ, ਪਰ ਨਾਰਾਇਣ ਜੀ ਤਾਰਕਾਸੁਰ ਤੋਂ ਇਹ ਯੁੱਧ ਨਾ ਜਿੱਤ ਸਕੇ। ਫਿਰ ਨਾਰਾਇਣ ਜੀ ਨੇ ਅੰਤਰ ਧਿਆਨ ਹੋ ਕੇ ਦੇਖਿਆ ਕਿ ਇਸ ਨੂੰ ਤਾਂ ਭਗਵਾਨ ਸ਼ੰਕਰ ਜੀ ਨੇ ਵਰਦਾਨ ਦਿੱਤਾ ਹੈ ਕਿ ਇਸ ਨੂੰ 5 ਮੁੱਖ ਤੱਕ ਕੋਈ ਵੀ ਨਹੀਂ ਮਾਰ ਸਕੇਗਾ ਤੇ ਜਿਹੜਾ ਵੀ ਇਸ ਨੂੰ ਮਾਰੇਗਾ ਉਹ 6 ਮੁੱਖ ਦਿਖਾ ਕੇ ਹੀ ਮਾਰੇਗਾ। ਫਿਰ ਨਾਰਾਇਣ ਜੀ ਨੇ ਦੇਵਤਿਆਂ ਨੂੰ ਬੁਲਾ ਕੇ ਕਿਹਾ ਕਿ ਤਾਰਕਾਸੁਰ ਨੂੰ ਭਗਵਾਨ ਸ਼ੰਕਰ ਜੀ ਨੇ ਵਰਦਾਨ ਦਿੱਤਾ ਹੈ ਕਿ ਉਸ ਨੂੰ 5 ਮੁੱਖ ਤੱਕ ਕੋਈ ਵੀ ਨਹੀਂ ਮਾਰ ਸਕੇਗਾ, ਜੋ ਵੀ ਕੋਈ ਉਸ ਨੂੰ ਮਾਰੇਗਾ ਉਹ 6 ਮੁੱਖ ਦਿਖਾ ਕੇ ਹੀ ਮਾਰੇਗਾ। ਫਿਰ ਜਦੋਂ ਸਾਰੇ ਦੇਵਤਿਆਂ ਨੇ ਨਾਰਾਇਣ ਜੀ ਤੋਂ ਇਹ ਗੱਲ ਸੁਣੀ ਤਾਂ ਸਾਰੇ ਹੀ ਦੇਵਤੇ ਡਰ ਗਏ, ਕਿਉਂਕਿ ਦੇਵਤਿਆਂ ਨੇ ਸੋਚਿਆ ਕਿ ਇਸ ਮਾਤਰ ਲੋਕ ਦੇ ਵਿੱਚ 6 ਮੁੱਖ ਵਾਲਾ ਹਾਲੇ ਤੱਕ ਕੋਈ ਪੈਦਾ ਹੀ ਨਹੀਂ ਹੋਇਆ ਹੈ। ਫਿਰ ਦੇਵਤਿਆਂ ਨੇ ਨਾਰਾਇਣ ਜੀ ਨੂੰ ਕਿਹਾ ਕਿ ਹੇ ਮਹਾਰਾਜ, ਇਸ ਨੂੰ ਮਾਰਨ ਦਾ ਕੋਈ ਉਪਾਅ ਤਾਂ ਹੋਵੇਗਾ। ਤਾਂ ਫਿਰ ਨਾਰਾਇਣ ਜੀ ਬੋਲੇ ਕਿ ਹਾਂ, ਇੱਕ ਉਪਾਅ ਤਾਂ ਹੈ।
ਤੇ ਫਿਰ ਨਾਰਾਇਣ ਜੀ ਬੋਲੇ ਕਿ ਜੇਕਰ ਭਗਵਾਨ ਸ਼ੰਕਰ ਜੀ ਰਾਜਾ ਹਿਮਾਚਲ ਦੀ ਕੁੜੀ ਗੌਰਾ ਦੇ ਨਾਲ ਵਿਆਹ ਕਰਨ ਨੂੰ ਮੰਨ ਜਾਣ ਤਾਂ ਫਿਰ ਇਹਨਾਂ ਦਾ ਇੱਕ ਬੇਟਾ ਪੈਦਾ ਹੋਵੇਗਾ। ਉਹ ਬੱਚਾ 6 ਮੁੱਖ ਵਾਲਾ ਹੀ ਹੋਵੇਗਾ। ਤੇ ਫਿਰ ਨਾਰਾਇਣ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਹੀ ਦੇਵੀ ਦੇਵਤੇ ਇਕੱਠੇ ਹੋ ਕੇ ਭਗਵਾਨ ਸ਼ੰਕਰ ਜੀ ਦੇ ਕੋਲ ਗਏ ਤੇ ਦੇਵੀ ਦੇਵਤਿਆਂ ਨੇ ਭਗਵਾਨ ਸ਼ੰਕਰ ਜੀ ਨੂੰ ਨਮਸਕਾਰ ਕੀਤੀ ਤੇ ਫਿਰ ਭਗਵਾਨ ਸ਼ੰਕਰ ਜੀ ਅੱਗੇ ਉਹਨਾਂ ਨੇ ਪ੍ਰਾਰਥਨਾ ਕੀਤੀ ਕਿ हे ਭਗਵਾਨ ਸ਼ੰਕਰ ਜੀ, ਸਾਨੂੰ ਤਾਰਕਾਸੁਰ ਰਾਕਸ਼ ਤੋਂ ਬਚਾਓ ਤੇ ਜੇਕਰ ਤੁਸੀਂ ਇਸ ਨੂੰ ਨਹੀਂ ਰੋਕਿਆ ਤਾਂ ਤਾਰਕਾਸੁਰ ਰਾਕਸ਼ ਸਾਰੇ ਹੀ ਦੇਵੀ ਦੇਵਤਿਆਂ ਦਾ ਵਿਨਾਸ਼ ਕਰ ਦੇਵੇਗਾ। ਤੇ ਫਿਰ ਭਗਵਾਨ ਸ਼ੰਕਰ ਜੀ ਨੇ ਦੇਵੀ ਦੇਵਤਿਆਂ ਨੂੰ ਕਿਹਾ ਕਿ ਮੈਂ ਇਸ ਮਸਲੇ ਦੇ ਵਿੱਚ ਆਪ ਜੀ ਦੀ ਕੀ ਮਦਦ ਕਰ ਸਕਦਾ ਹਾਂ। ਤੇ ਫਿਰ ਦੇਵਤਿਆਂ ਨੇ ਭਗਵਾਨ ਸ਼ੰਕਰ ਜੀ ਨੂੰ ਕਿਹਾ ਕਿ हे ਪ੍ਰਭੂ, ਆਪ ਹੀ ਸਭ ਦੇਵਤਿਆਂ ਦੀ ਮਦਦ ਕਰ ਸਕਦੇ ਹੋ। ਜੇਕਰ ਆਪ ਜੀ ਰਾਜਾ ਹਿਮਾਚਲ ਦੀ ਪੁੱਤਰੀ ਗੌਰਾ ਦੇ ਨਾਲ ਵਿਆਹ ਕਰ ਲਵੋ ਤੇ ਫਿਰ ਬਾਅਦ ਵਿੱਚ ਜੋ ਆਪ ਜੀ ਦਾ ਪੁੱਤਰ ਜਨਮ ਲਵੇਗਾ ਉਹੀ ਤਾਰਕਾਸੁਰ ਦਾ ਸਰਵਨਾਸ਼ ਕਰੇਗਾ। ਫਿਰ ਭਗਵਾਨ ਸ਼ੰਕਰ ਜੀ ਨੇ ਦੇਵਤਿਆਂ ਨੂੰ ਕਿਹਾ ਕਿ ਠੀਕ ਹੈ। ਤੇ ਫਿਰ ਸਾਰੇ ਹੀ ਦੇਵੀ ਦੇਵਤੇ ਰਾਜਾ ਹਿਮਾਚਲ ਦੇ ਮਹਿਲ ਵਿੱਚ ਗਏ ਤੇ ਰਾਜਾ ਹਿਮਾਚਲ ਨੂੰ ਨਮਸਕਾਰ ਕੀਤੀ ਤੇ ਫਿਰ ਦੇਵੀ ਦੇਵਤਿਆਂ ਨੇ ਉਸੇ ਰਾਜੇ ਨੂੰ ਆਪਣੇ ਸਾਰੇ ਹੀ ਦੁੱਖਾਂ ਦੀ ਕਥਾ ਸੁਣਾਈ ਤੇ ਰਾਜਾ ਹਿਮਾਚਲ ਜੀ ਬੜੇ ਹੀ ਧਰਮੀ ਰਾਜਾ ਸਨ। ਤੇ ਫਿਰ ਰਾਜਾ ਹਿਮਾਚਲ ਨੇ ਦੇਵਤਿਆਂ ਦੀ ਗੱਲ ਮੰਨ ਲਈ ਤੇ ਫਿਰ ਭਗਵਾਨ ਸ਼ੰਕਰ ਤੇ ਗੌਰਾ ਦੇ ਵਿਆਹ ਦਾ ਦਿਨ ਤੈਅ ਕਰ ਦਿੱਤਾ ਗਿਆ। ਫਿਰ ਸਾਰੇ ਹੀ ਦੇਵੀ ਦੇਵਤੇ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਕਿ ਹੁਣ ਸਾਡੇ ਦੁੱਖਾਂ ਦਾ ਅੰਤ ਬਹੁਤ ਹੀ ਛੇਤੀ ਹੋਵੇਗਾ। ਤੇ ਫਿਰ ਜਦੋਂ ਵਿਆਹ ਦਾ ਦਿਨ ਆਇਆ ਤਾਂ ਸ਼ੰਕਰ ਜੀ ਆਪਣਾ ਬਾਲ ਰੂਪ ਬਣਾ ਕੇ ਇਕੱਲੇ ਹੀ ਵਿਆਹ ਲਈ ਚੱਲ ਪਏ। ਫਿਰ ਜਦੋਂ ਭਗਵਾਨ ਸ਼ੰਕਰ ਜੀ ਰਾਜਾ ਹਿਮਾਚਲ ਦੇ ਮਹਿਲ ਵਿੱਚ ਪਹੁੰਚੇ ਤਾਂ ਸਾਰੇ ਹੀ ਦੇਵਤਾ ਲੋਕ ਉੱਥੇ ਬੈਠੇ ਹੋਏ ਸਨ ਤੇ ਗੌਰਾ ਜੀ ਜੈਮਾਲਾ ਲੈ ਕੇ ਖੜੀ ਸੀ ਤੇ ਭਗਵਾਨ ਸ਼ੰਕਰ ਜੀ ਨੇ ਬਾਲ ਰੂਪ ਰਾਹੀਂ ਗੌਰਾ ਜੀ ਕੋਲੋਂ ਮਾਲਾ ਲੈ ਕੇ ਆਪਣੇ ਗਲ ਵਿੱਚ ਪਾ ਕੇ ਨੱਚਣ ਲੱਗ ਪਏ ਤੇ ਕਹਿਣ ਲੱਗੇ ਕਿ ਮੇਰੀ ਸ਼ਾਦੀ ਤਾਂ ਗੌਰਾ ਨਾਲ ਹੋ ਗਈ ਹੈ। ਫਿਰ ਸਭ ਦੇਵੀ ਦੇਵਤੇ ਹੈਰਾਨ ਹੋ ਕੇ ਸੋਚਣ ਲੱਗੇ ਕਿ ਕਿਤੇ ਇਹ ਬਾਲਕ ਦੇ ਰੂਪ ਵਿੱਚ ਤਾਰਕਾਸੁਰ ਹੀ ਨਾ ਹੋਵੇ ਜਿਸ ਨੇ ਗੌਰਾ ਦੇ ਨਾਲ ਆਪਣਾ ਵਿਆਹ ਰਚਾ ਲਿਆ ਹੋਵੇ ਤੇ ਕਿਤੇ ਭਗਵਾਨ ਸ਼ੰਕਰ ਜੀ ਦਾ ਅਪਮਾਨ ਨਾ ਹੋ ਜਾਵੇ। ਫਿਰ ਇੰਦਰਦੇਵ ਨੇ ਗੁੱਸੇ ਵਿੱਚ ਆ ਕੇ ਉਸ ਬਾਲਕ ਨੂੰ ਮਾਰਨ ਲਈ ਆਪਣਾ ਖੰਜਰ ਚੁੱਕ ਲਿਆ। ਪਰ ਇੰਦਰਦੇਵ ਜਦੋਂ ਉਸ ਬਾਲਕ ਤੇ ਹਮਲਾ ਕਰਨ ਲੱਗਾ ਤਾਂ ਉਸ ਦੀ ਬਾਹ ਉੱਪਰ ਦੀ ਉੱਪਰ ਹੀ ਰਹਿ ਗਈ ਤੇ ਫਿਰ ਇੰਦਰਦੇਵ ਦੀ ਮਦਦ ਦੇ ਲਈ ਸਾਰੇ ਹੀ ਦੇਵੀ ਦੇਵਤਿਆਂ ਨੇ ਆਪਣੇ ਸ਼ਸਤਰ ਚੁੱਕ ਲਏ ਤੇ ਭਗਵਾਨ ਸ਼ੰਕਰ ਦੇ ਪਿੱਛੇ ਦੌੜ ਪਏ ਤੇ ਬਾਲਕ ਦੇ ਰੂਪ ਵਿੱਚ ਭਗਵਾਨ ਸ਼ੰਕਰ ਦੇ ਪਿੱਛੇ ਦੌੜਦੇ ਦੌੜਦੇ ਦੇਵਤਿਆਂ ਨੂੰ ਸ਼ਾਮ ਹੋ ਗਈ ਤੇ ਫਿਰ ਦੌੜਦੇ ਦੌੜਦੇ ਹੀ ਸ਼ੰਕਰ ਭਗਵਾਨ ਨੇ ਆਪਣੀ ਦੇਹ ਪੱਥਰ ਦੇ ਰੂਪ ਵਿੱਚ ਬਣਾ ਲਈ ਤੇ ਇਹ ਸਭ ਦੇਖ ਕੇ ਦੇਵਤੇ ਹੈਰਾਨ ਹੋ ਗਏ ਤੇ ਉਹਨਾਂ ਨੂੰ ਲੱਗਿਆ ਕਿ ਜਿਵੇਂ ਇਸ ਜੰਗਲ ਦੇ ਵਿੱਚ ਬਾਲਕ ਕਿਤੇ ਅਲੋਪ ਹੋ ਗਿਆ ਹੈ। ਤੇ ਫਿਰ ਇੱਧਰ ਉੱਧਰ ਦੇਖਦਿਆਂ ਇੰਦਰ ਜੀ ਦੀ ਨਜ਼ਰ ਇੱਕ ਸਿਲਾ ਤੇ ਪਈ ਤੇ ਉਸ ਸਿਲਾ ਨੂੰ ਦੇਖ ਕੇ ਇੰਦਰਦੇਵ ਪਹਿਲਾਂ ਤਾਂ ਹੈਰਾਨ ਹੀ ਰਹਿ ਗਏ ਤੇ ਫਿਰ ਸਾਰੇ ਦੇਵੀ ਦੇਵਤਿਆਂ ਨੂੰ ਕਹਿਣ ਲੱਗੇ ਕਿ ਸਾਡੇ ਕੋਲੋਂ ਤਾਂ ਵੱਡੀ ਭੁੱਲ ਹੋ ਗਈ ਹੈ। ਉਸ ਬਾਲਕ ਦੇ ਰੂਪ ਵਿੱਚ ਤਾਂ ਸ਼ੰਕਰ ਭਗਵਾਨ ਖੁਦ ਆਪ ਹੀ ਸਨ ਤੇ ਫਿਰ ਸਾਰੇ ਹੀ ਦੇਵੀ ਦੇਵਤੇ ਭਗਵਾਨ ਸ਼ੰਕਰ ਜੀ ਅੱਗੇ क्षमा याचना ਕਰਨ ਲੱਗ ਪਏ ਤੇ ਫਿਰ ਇੰਦਰ ਜੀ ਸਭ ਦੇਵੀ ਦੇਵਤਿਆਂ ਨੂੰ ਕਹਿਣ ਲੱਗੇ ਕਿ ਪੂਜਾ ਦਾ ਸਮਾਂ ਹੈ ਤੇ ਫਿਰ ਸਾਰੇ ਦੇਵੀ ਦੇਵਤਿਆਂ ਨੇ ਮਿਲ ਕੇ ਇੱਥੇ ਹੀ ਸਰੋਵਰ ਪੁੱਟਿਆ ਤੇ ਗੰਗਾ ਮਈਆ ਨੂੰ ਯਾਦ ਕੀਤਾ ਤੇ ਫਿਰ ਗੰਗਾ ਮਈਆ ਪ੍ਰਗਟ ਹੋ ਗਈ ਤੇ ਫਿਰ ਇਸ ਸਰੋਵਰ ਦੇ ਵਿੱਚ ਸਾਰੇ ਹੀ ਦੇਵੀ ਦੇਵਤਿਆਂ ਨੇ ਇਸ਼ਨਾਨ ਕੀਤਾ ਤੇ ਸਾਰੀ ਰਾਤ ਪੂਜਾ ਕਰਦੇ ਰਹੇ ਤੇ ਫਿਰ ਆਖਰ ਸ਼ੰਕਰ ਜੀ ਦੇਵਤਿਆਂ ਦੀ ਪੂਜਾ ਤੋਂ ਪ੍ਰਸੰਨ ਹੋ ਗਏ ਤੇ ਦੇਵਤਿਆਂ ਨੂੰ ਕਹਿਣ ਲੱਗੇ ਕਿ ਮੰਗੋ ਜੋ ਵੀ ਕੁਝ ਤੁਹਾਨੂੰ ਚਾਹੀਦਾ ਹੈ ਤੇ ਫਿਰ ਸਾਰੇ ਹੀ ਦੇਵੀ ਦੇਵਤਿਆਂ ਨੇ ਬੇਨਤੀ ਕੀਤੀ ਕਿ ਪ੍ਰਭੂ ਜੀ ਆਪ ਜੀ ਦੀ ਸ਼ਾਦੀ ਗੌਰਾ ਜੀ ਦੇ ਨਾਲ ਹੀ ਹੋਵੇ ਤੇ ਤਾਰਕਾਸੁਰ ਰਾਕਸ਼ ਦਾ ਨਾਸ਼ ਹੋ ਜਾਵੇ ਤੇ ਫਿਰ ਸ਼ੰਕਰ ਭਗਵਾਨ ਜੀ ਨੇ ਕਿਹਾ ਕਿ ਹਾਂ ਇਸੇ ਤਰ੍ਹਾਂ ਹੀ
ਹੋਵੇਗਾ। ਫਿਰ ਇੱਥੇ ਸ਼ੰਕਰ ਜੀ ਦੀ ਜੰਝ ਚੜੀ ਤੇ ਗੌਰਾ ਜੀ ਦੇ ਨਾਲ ਸ਼ਾਦੀ ਹੋ ਗਈ ਤੇ ਫਿਰ ਭਗਵਾਨ ਸ਼ੰਕਰ ਜੀ ਦੇ ਪੁੱਤਰ ਤੇ ਗੌਰਾ ਜੀ ਦੀ ਕੁੱਖੋਂ ਪੁੱਤਰ ਦੇ ਰੂਪ ਵਿੱਚ ਕਾਰਤਿਕ ਜੀ ਪੈਦਾ ਹੋਏ ਤੇ ਫਿਰ ਬਚਪਨ ਵਿੱਚ ਹੀ ਕਾਰਤਿਕ ਜੀ ਨੇ ਤਾਰਕਾਸੁਰ ਦੇ ਨਾਲ ਯੁੱਧ ਕੀਤਾ ਅਤੇ ਫਿਰ ਕਾਰਤਿਕ ਜੀ ਨੇ ਤਾਰਕਾਸੁਰ ਦੀ ਛਾਤੀ ਤੇ ਬੈਠ ਕੇ ਉਸ ਨੂੰ 6 ਮੁਖ ਦਿਖਾਏ ਅਤੇ ਕਿਹਾ ਕਿ ਦੇਖ ਲੈ ਤਾਰਕਾਸੁਰ, ਕਿਤੇ 5 ਮੁਖ ਤਾਂ ਨਹੀਂ ਹਨ। ਫਿਰ ਤਾਰਕਾਸੁਰ ਨੇ ਕਾਰਤਿਕ ਜੀ ਅੱਗੇ ਹੱਥ ਜੋੜ ਕੇ ਕਿਹਾ ਕਿ ਨਹੀਂ ਭਗਵਾਨ ਜੀ, ਇਹ 6 ਮੁਖ ਹੀ ਹਨ ਤੇ ਫਿਰ ਕਾਰਤਿਕ ਜੀ ਨੇ ਤਾਰਕਾਸੁਰ ਨੂੰ ਹਮੇਸ਼ਾ ਦੇ ਲਈ ਹੀ ਖਤਮ ਕਰ ਦਿੱਤਾ। ਤੇ ਸੰਗਤ ਜੀ, ਇਹ ਸੀ ਅਚਲੇਸ਼ਵਰ ਮੰਦਿਰ ਦਾ ਇਤਿਹਾਸ। ਤੇ ਜੇਕਰ ਆਪ ਜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਕਿਸੇ ਗੁਰਦੁਆਰਾ ਸਾਹਿਬ ਜਾਂ ਕਿਸੇ ਮੰਦਿਰ ਜਾਂ ਕਿਸੇ ਹੋਰ ਇਤਿਹਾਸਿਕ ਸਥਾਨ ਦੇ ਲਈ ਦਸਵੰਧ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਸਾਡੀ ਮਿਹਨਤ ਨੂੰ ਦੇਖ ਕੇ ਸਾਨੂੰ ਡੋਨੇਸ਼ਨ ਦੇਣਾ ਚਾਹੁੰਦੇ ਹੋ ਤਾਂ ਆਪ ਜੀ ਸਾਡੀ ਜੀਮੇਲ ਆਈਡੀ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤਾਂ ਹੁਣ ਸਾਨੂੰ ਦਿਓ ਇਜਾਜ਼ਤ। ਆਪਣਾ ਕੀਮਤੀ ਸਮਾਂ ਦੇਣ ਦੇ ਲਈ ਆਪ ਜੀ ਦਾ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਗੁਰ ਪਿਆਰੀ ਸਾਧ ਸੰਗਤ ਜੀ।